अस्सलाम वालेकुम दोस्तों, आप देख रहे हैं हमारा यूट्यूब चैनल। उम्मीद करता हूँ आप सब खैर खैरियत से होंगे, फिटवाट होंगे, बम्बाट होंगे। हैंड फार्मिंग के साथ साथ हम गोट फार्मिंग की वीडियोस की कवरेज भी आपके साथ करना शुरू कर रहे हैं इसी प्लेटफॉर्म पर, उसामा के बर्ड्स पर। हम इस टाइम मौजूद हैं अतीक भाई के फार्म हाउस पर, और अतीक भाई जो हैं सील बर्ड्स का काम भी करते हैं, गाय सेल परचेज़ का काम भी करते हैं, और बकरे बकरियाँ, और ये सामने कुछ असील फिर रहे हैं। बाकी सेटअप मैं आपको पहले भी वीडियोज़ में दिखा चुका हूँ। आज हम बात करने वाले हैं दोस्तों बकरों की फीड के हवाले से। लास्ट टाइम मैंने आपको 5 बकरों की फिजिबिलिटी रिपोर्ट आपके साथ शेयर की, आज उसी का सेकंड पार्ट है। अगर आपने वो वीडियो नहीं देखी तो आप वो वॉच कर लें, जिसमें मैंने 5 बकरों की कीमतें ख़रीद और कितने के फ़रोख्त होंगे वो बताया। आज हम इनकी केयर के हवाले से बात करेंगे कि आपने पालने किस तरीके से हैं। लास्ट वीडियो में मैंने बताया था नस्ल कौन सी होनी चाहिए और कुर्बानी से कितनी देर पहले आपने लेना है जानवर, ताकि आपको बचत हो सके। अस्सलाम वालेकुम तीक भाई। जी वालेकुम अस्सलाम लाल भाई। तीक भाई कैसे हैं? अल्हम्दुलिल्लाह अल्लाह का एहसान लाल भाई, ठीक ठाक। ठीक भाई, लास्ट टाइम आपने जो है बड़े ही अच्छे से गाइड किया नस्ल के हवाले से, कलर के हवाले से, और आपने कहा जी 4 से 5 माह कुर्बानी से पहले बकरे लें, ना कि अगर आप नए बंदे हैं बकरियां ले लें। बकरे लें और कुर्बानी पर रेट अच्छा मिल जाता है, इसलिए सेल करने आसान होते हैं नए बंदे को भी। तो आज हम आपसे पूछने वाले हैं इनकी डाइट के हवाले से कि 4 माह में उनको कौन सी खुराक दे जिसकी वजह से उसको रिज़ल्ट बेहतर मिलें, और उसका ख़र्चा जो है कितना आ जाएगा पर मंथ, एक बकरे पर कितना खर्चा आ जाएगा, और 4 से 5 माह में कितना खर्चा आ जाएगा। जी जी बिलाल भाई, खर्चा ਜਿਹੜਾ ਵਾ ਤੁਸੀਂ ਮਤਲਬ ਫੀ ਬੱਕਰੇ ਦਾ ਨਾ ਜਿਹੜਾ ਵਾ, ਅਗਰ ਤੁਸੀਂ ਮਤਲਬ ਦਾਣਾ ਸਟਾਕ ਕਰ ਲਓ ਨਾ, ਬਾਜ਼ ਦਫਾ ਮਾਰਕੀਟ ਕਿਸੇ ਵੀ ਮਤਲਬ ਕੋਈ ਚੀਜ਼ ਦੀ ਗਿਰ ਜਾਂਦੀ ਹੈ ਨਾ, ਕੋਸ਼ਿਸ਼ ਕਰੋ ਕਿ ਤੁਸੀਂ ਦਾਣਾ ਜਿਹੜਾ ਸਟਾਕ ਕਰ ਲਓ, ਜਾਂ ਬਾਹਰ ਬੰਦਿਆਂ ਦੇ ਘਰ ਦਾ ਦਾਣਾ ਹੁੰਦਾ ਉਹ ਵੀ ਸਸਤਾ ਹੀ ਪੈਂਦਾ ਵਾ। ਅੱਛਾ ਜੀ। ਅਗਰ ਉਹਦੀ ਕੋਈ ਵੀ ਰੇਸ਼ੋ ਕੱਢ ਲਈਏ ਨਾ, ਮਤਲਬ ਮਾਰਕੀਟ ਤੋਂ ਲੈ ਲਈਏ ਜਾਂ ਘਰ ਦੇ ਹੋਣ ਨਾ, 100 ਰੁਪਇਆ ਮਤਲਬ ਅਗਰ ਬੱਕਰੀ ਦਾ ਖਰਚਾ ਦਾਣੇ ਦਾ ਆ ਜਾਂਦਾ ਵਾ। ਅੱਛਾ ਜੀ। ਮਤਲਬ 1 ਕਿਲੋ ਦਾਣਾ ਜਿਹੜਾ ਵਾ ਨਾ, ਉਹ ਬੱਕਰੀ ਨੂੰ ਅੱਧਾ ਕਿਲੋ ਸੁਬਾਹ, ਅੱਧਾ ਕਿਲੋ ਸ਼ਾਮ, ਤੇ ਵਿੱਚ ਚੋਕਰ ਮਿਕਸ ਕਰ ਦਿਓ ਜਾਂ ਤੂੜੀ ਮਿਕਸ ਕਰ ਦਿਓ ਨਾ, ਸਹੀ ਉਹ ਦੋ ਤੁਸੀਂ, ਤੇ ਉਹਦੇ ਵਿੱਚ ਨਾ 100 ਰੁਪਇਆ ਜਿਹੜਾ ਤੁਹਾਡਾ ਖਰਚਾ ਬੱਕਰੀ ਤੇ ਫੀ ਬੱਕਰੀ ਤੇ ਆ ਜਾਂਦਾ ਵਾ। ਸਹੀ ਹੋ ਸਹੀ ਗਿਆ ਹੈ। ਤੇ ਇਸ ਤੋਂ ਵੀ ਸਸਤਾ ਬਣਾਇਆ ਜਾ ਸਕਦਾ, ਮੁxtਲਿਫ ਤਰੀਕੇ ਹੈਗੇ ਆ ਨਾ। ਅੱਛਾ ਜੀ। ਮੰਡੀਆਂ ਤੋਂ ਬਾਅਦ ਜ਼ਿਆਦਾ ਸਸਤਾ ਦਾਣਾ ਮਿਲ ਜਾਂਦਾ, ਮਤਲਬ ਘਰਾਂ ਦੇ ਵਿੱਚੋਂ ਸਸਤੀ ਚੀਜ਼ ਮਿਲ ਜਾਂਦੀ ਹੈ। ਉਹ ਤਾਂ ਜਾਨਵਰ ਚੀਜ਼ ਖਰੀਦਣ ਤੇ ਆ ਨਾ, ਤੇ ਤੁਸੀਂ ਸਸਤਾ ਦਾਣਾ ਬਣਾਉਣਾ ਜਾਂ ਮਹਿੰਗਾ, ਅਗਰ ਮੈਕਸਿਮਮ ਕਰ ਲਓ ਤਾਂ 150 ਹੋ ਜਾਏਗਾ। ਅੱਛਾ ਜੀ। ਤੇ ਮਿਨੀਮਮ ਕਰ ਲਓ ਤਾਂ 100 ਰੁਪਏ ਤੱਕ ਵਿੱਚ ਗੇਮ ਚੱਲ ਜਾਂਦੀ ਆ। ਮੈਂ 1-2 ਦਫਾ ਬੱਕਰੇ ਪਾਲੇ ਆ, ਤੇ ਮੈਨੂੰ ਤਕਰੀਬਨ 70 ਰੁਪਏ ਦਾਣਾ ਪਿਆ ਸੀ ਨਾ। ਅੱਛਾ। ਮੈਨੂੰ ਇੱਕ ਦਿਨ ਦਾ ਖਰਚਾ ਜਿਹੜਾ ਮੇਰਾ ਇੱਕ ਬੱਕਰੇ ਤੇ ਆਇਆ ਸੀ ਨਾ। ਪੱਠੇ ਵੀ इसमें शामिल? ਪੱਠੇ ਚੂੰਕਿ ਸਾਡੇ ਘਰ ਦੇ ਹੁੰਦੇ ਆ, ਲੇਕਿਨ ਪੱਠੇ ਨਾ ਮੈਂ ਤੁਹਾਨੂੰ ਕਾਫੀ ਸਾਰੀਆਂ ਵੀਡੀਓ ਦੇ ਵਿੱਚ ਦੱਸ ਸਕਿਆ। ਹਾਂਜੀ, ਪਹਿਲੇ ਵੀ ਬਤਾ ਚੁੱਕੇ ਹਾਂ, ਅੱਜ ਵੀ ਬਤਾ ਤੁਸੀਂ ਪੱਠੇ ਦੇਣੇ ਵੀ ਆ ਬੱਕਰਿਆਂ ਨੂੰ, ਤੇ ਤੁਸੀਂ 10 ਦਿਨ ਬਾਅਦ 15 ਦਿਨਾਂ ਬਾਅਦ ਇੱਕ, ਕਿਉਂਕਿ ਇਹ ਕਹਿੰਦੀ ਖੁਰਾਕ ਆ, ਉਹ ਤੁਸੀਂ ਇਹਨਾਂ ਨੂੰ ਟੇਸਟ ਦੇਣਾ ਵਾ। ਸਹੀ ਸਹੀ। ਉਹਦਾ ਤੁਹਾਨੂੰ ਫਾਇਦਾ 5% ਹੋ ਸਕਦਾ ਪੱਠੋਂ ਦਾ। ਹਾਂਜੀ 5% ਫਾਇਦਾ ਹੋ ਸਕਦਾ, ਬਾਕੀ ਜਿਹੜਾ 100% ਜਾਂ 100% ਜਿਹੜਾ ਤੁਹਾਡੀ ਜਿਹੜਾ ਫਾਇਦਾ ਹੈ ਨਾ, ਗਰੋਥ ਆ, ਉਹ ਤੁਹਾਨੂੰ ਡਰਾਈ ਮੈਟਰ ਤੇ ਹੀ ਮਿਲਣੀ ਆ। ड्राई मैटर से नए बंदे को समझ नहीं आएगी, एक्सप्लेन ਜਿਹੜਾ ਮਤਲਬ ਖੁਸ਼ਕ ਰਾਸ਼ਨ ਹੀ ਦੇਣਾ ਵਾ। ਦਾਣਾ ਲਾ ਲਓ, ਚੋਕਰ ਲਾ ਲਓ, ਦਾਣਾ ਮਕਈ ਦਾ ਲਾ ਲਓ, ਜਾਂ ਕੋਈ ਵੀ ਦਾਣਾ ਜਿਹੜਾ ਤੁਹਾਨੂੰ ਮਤਲਬ ਮਾਰਕੀਟ ਜਿਹੜਾ ਦਾਣਾ ਸਸਤਾ ਹੈ ਨਾ, ਉਹ ਤੁਸੀਂ ਲੈ ਲਓ। ਮੱਕੀ ਮਿਲਦੀ ਸਸਤੀ, ਮੱਕੀ ਲੈ ਲਓ। पूरा दाना या उसे छोटे उसका पीस करके? ਪੂਰਾ ਦਾਣੇ ਤੋਂ ਬਿਹਤਰ ਆ ਕਿ ਤੁਸੀਂ ਨਾ ਉਹਨੂੰ ਦਲਵਾ ਲਓ। 100 ਰੁਪਇਆ ਮਣ ਦਾ ਲੈਂਦੇ ਆ, ਉਹ 100 ਰੁਪਏ ਦੀ ਖਾਤਰ ਬਿਹਤਰ ਆ ਕਿ ਦਲਵਾ ਲਓ। ਉਹਦੇ ਵਿੱਚ ਬੱਕਰੇ ਨੂੰ ਹਜ਼ਮ ਕਰਨੇ 'ਚ ਵੀ ਫਾਇਦਾ ਹੋ ਜਾਂਦਾ, ਔਰ ਖੁਰਾਕ ਜਿਹੜੀ ਹੈ ਨਾ ਉਹ ਪੂਰੀ ਜਿਹੜੀ ਲੱਗਦੀ ਆ। ਅਗਰ ਦਾਣਾ ਮੋਟਾ ਹੋਵੇ ਔਰ ਸਖਤ ਹੋਵੇ ਨਾ, ਉਹ ਫਿਰ ਬੱਕਰੀਆਂ ਦੀ ਮੇਂਗਣਾ ਦੇ ਜ਼ਰੀਏ ਉਸੇ ਤਰ੍ਹਾਂ ਦਾਣਾ ਵਾਪਸ ਆ ਜਾਂਦਾ। ਉਹ ਤੁਹਾਨੂੰ ਨਾ ਮਤਲਬ ਅੱਧਾ ਜਿਹੜਾ ਤੁਸੀਂ 100 ਰੁਪਏ ਦਾ ਅਗਰ ਬੱਕਰੇ ਨੂੰ ਖਿਲਾ ਰਹੇ ਆ ਨਾ, ਤੇ 50 ਰੁਪਈਆ ਉਹ ਵੇਸਟ ਕਰ ਰਿਹਾ, ਤੇ 50 ਰੁਪਏ ਨੂੰ ਲੱਗ ਰਹੇ ਆ। इस 100 रुपए के अंदर गंदम, मकई, चोकर तीनों का रेट मिला के 100 रुपया बन रहा है। हाँ जी, वजन कितना होना चाहिए उसका मिला के एक बकरे के लिए? 1 किलो ਵਜ਼ਨ ਬਣ ਜਾਂਦਾ ਵਾ। ਮਤਲਬ ਅੱਧਾ ਕਿਲੋ ਤੁਸੀਂ ਸੁਬਾਹ ਦੇ ਦਿਓ ਚੀਜ਼ਾਂ 'ਚ ਮਿਕਸ ਕਰਕੇ, ਮਤਲਬ ਚੋਕਰ 'ਚ, ਤੂੜੀ 'ਚ। ਠੀਕ। ਅੱਧਾ ਕਿਲੋ ਤੁਸੀਂ ਸ਼ਾਮ ਨੂੰ ਦੇ ਦਿਓ ਨਾ। ਪੱਠੇ ਡਾਲਣ ਦੀ ਜ਼ਰੂਰਤ ਨਹੀਂ ਸਾਥ? ਪੱਠੇ ਡਾਲਣ ਦੀ ਕੋਈ ਜ਼ਰੂਰਤ ਨਹੀਂ। ਅਗਰ ਤੁਸੀਂ ਸ਼ੌਕੀਆ ਬੱਕਰੇ ਜਾਨਵਰ ਨੂੰ ਦੇਣਾ ਚਾਹੁੰਦੇ ਆ, ਪਸੰਦ ਠੀਕ ਆ, ਥੋੜਾ ਬਹੁਤਾ ਟੇਸਟ ਜਿਸ ਤਰ੍ਹਾਂ ਅਸੀਂ ਮੁਖਤਲਿਫ ਚੀਜ਼ਾਂ ਖਾਈ ਦੀਆਂ ਵਾ, ਠੀਕ, ਤੇ ਇਸੇ ਤਰ੍ਹਾਂ ਦਾ ਟੇਸਟ ਚੇਂਜ ਕਰਨ ਵਾਸਤੇ ਨਾ ਤੁਸੀਂ ਹਫਤੇ 'ਚ ਗਾਹੇ ਬਗਾਹੇ ਸਭ ਚਾਰਾ ਥੋੜਾ ਜਿਹਾ ਦੇ ਸਕਦੇ ਆ ਇਹਨਾਂ ਨੂੰ, ਠੀਕ ਹੈ। ਲੇਕਿਨ ਇਹ ਤੁਹਾਨੂੰ ਮੈਂ ਬਾਰ-ਬਾਰ ਚੀਜ਼ ਦੱਸ ਰਿਹਾ ਕਿ ਫਾਇਦਾ ਜਿਹੜਾ ਨਾ ਸਹੀ वो ड्राई मैटर ਦੇ ਵਿੱਚ ਖੁਸ਼ਕ ਰਾਖ। कुछ लोग सरसों का तेल वगैरह बड़ा देते हैं शाइन लाने के लिए इनकी स्किन के सरसों का तेल बहुत अच्छी चीज़ आ, देना चाहिए वा। ਉਹਦੇ ਤੇ ਡਿਪੈਂਡ ਕਰਦਾ ਕਿ ਮੌਸਮ ਕਿਸ ਤਰ੍ਹਾਂ ਦਾ ਵਾ, ਠੀਕ ਹੈ। मौसम के हिसाब से? ਹਾਂਜੀ, ਮੌਸਮ ਬਾਰਿਸ਼ ਹੋਈ ਹੋਵੇ ਜਾਂ ਮੌਸਮ ਜ਼ਿਆਦਾ ਠੰਡਾ ਹੋਵੇ, ਫਿਰ ਤੁਸੀਂ ਤੇਲ ਨਹੀਂ ਇਸਤੇਮਾਲ ਕਰਨਾ। ਅਗਰ ਤੁਸੀਂ ਕਹਿੰਦੇ ਆ ਕਿ ਯਾਰ ਅਸੀਂ ਪ੍ਰੋਪਰ ਹੀ ਤੇਲ ਦੇਣਾ ਚਾਹੁੰਦੇ ਆ, ਬੱਕਰੀਆਂ ਸਾਡੀਆਂ ਖੂਬਸੂਰਤ ਹੋਣ, ਸ਼ਾਈਨਿੰਗ ਹੋਵੇ, ਮੋਕ ਸ਼ੌਕ ਤੋਂ ਬਚੇ ਰਹੀਏ, ਜਾਨਵਰ ਕੋਈ ਜ਼ਿਆਦਾ ਫੀਡ ਵੀ ਖਾ ਲਵੇ ਤੇ ਇਹਨੂੰ ਮੋਕ ਨਾ ਲੱਗੇ, ਠੀਕ ਹੈ। ਡਾਇਰੀਆ ਜਿਹੜਾ ਹੁੰਦਾ ਨਾ, ਇਹਨਾਂ ਲਈ ਮੇਨ ਬਿਮਾਰੀ ਹੁੰਦੀ ਹੈ। ਅੱਛਾ। ਉਹ ਫਿਰ ਤੁਸੀਂ ਅਗਰ ਆਇਲ ਇਸਤੇਮਾਲ ਕਰਨਾ ਚਾਹੁੰਦੇ ਆ, ਤੇ ਉਹ ਮੈਂ ਰਿਕਮੈਂਡ ਇਹੀ ਕਰਾਂਗਾ ਕਿ ਤੁਸੀਂ ਚੋਕਰ ਦੇ ਵਿੱਚ ਮਿਕਸ ਕਰਕੇ
ਤਿੰਨ ਹਾਂਜੀ ਮਤਲਬ ਤੇਲ ਦੇ ਲਓ ਜਾਂ ਘੀ ਦੇ ਦਿਓ ਜਾਂ ਕੋਈ ਵੀ ਚੀਜ਼ ਦੇ ਸਹੀ ਉਹ ਚੋਕਰ ਦੇ ਵਿੱਚ ਮਿਕਸ ਕਰਕੇ ਤੁਸੀਂ ਜਾਨਵਰ ਨੂੰ ਖੁਰਾਕ ਦੇ ਵਿੱਚ ਸ਼ਾਮਿਲ ਕਰ ਦੇਣਾ ਤੇ ਉਹਦੀ ਜਿਹੜੀ ਹੈ ਨਾ ਮਤਲਬ ਅਗਰ ਤੁਸੀਂ ਤੇਲ ਦੇਣਾ ਵਾ ਤਾਂ 3 ਤੋਂ 4 ਸੀਸੀ ਡੇਲੀ ਦੇ ਦਿਓ ਅਗਰ ਤੁਸੀਂ 10 ਸੀਸੀ ਜਾਂ 5 ਸੀਸੀ ਦੇਣਾ ਚਾਹੁੰਦੇ ਆ ਫਿਰ ਤੁਸੀਂ ਹਫਤੇ ਬਾਅਦ ਦੇ ਲਓ ਚੋਕਰ ਚ ਉਹਨੂੰ ਮਿਕਸ ਕਰੋ ਤੇ ਤੁਸੀਂ ਬਿਹਤਰ ਇਹੀ ਹੈ ਕਿ ਤੁਹਾਡੀ ਰੂਟੀਨ ਬਣ ਜਾਏਗੀ ਤੁਸੀਂ ਰੋਜ਼ਾਨਾ ਦੀ ਬੇਸ ਤੇ ਨਾ 3 ਤੋਂ 4 ਸੀਸੀ ਸਹੀ ਇੱਕ ਥੋੜੀ ਚੋਕਰ ਲੈ ਲੈਣੀ ਉਹਦੇ ਵਿੱਚ ਮਿਕਸ ਕਰਕੇ ਇੱਕ ਬੱਕਰੇ ਕੇ ਲਈ 3 से 4 ਸੀਸੀ ਹਾਂਜੀ ਇੱਕ ਬੱਕਰੇ ਵਾਸਤੇ ਉਹ ਤੁਸੀਂ ਮਿਕਸ ਕਰਕੇ ਉਹਦਾ ਸਭ ਜਿਹੜਾ ਚਾਰਾ ਤੁਸੀਂ ਦੇ ਰਹੇ ਆ ਉਹਨੂੰ ਤੂੜੀ ਵਗੈਰਾ ਉਹਦੇ ਵਿੱਚ ਮਿਕਸ ਕਰਨੀ ਔਰ ਬੜੇ ਸ਼ੌਕ ਨਾਲ ਖਾਂਦੇ ਆ ਤੇ ਉਹਦਾ ਰਿਜ਼ਲਟ ਬਹੁਤ ਅੱਛਾ ਠੀਕ ਹੈ ਇਹ ਤੁਸੀਂ ਕਿਸੇ ਵੀ ਮੌਸਮ 'ਚ ਦੇ ਦਿਓ ਨਾ ਇਹਦਾ ਕੋਈ ਨੁਕਸਾਨ ਨਹੀਂ ਲੇਕਿਨ ਮਸਲਾ ਇਹ ਹੈ ਕਿ ਤੁਸੀਂ ਇਹ ਨਾ ਹੋਵੇ ਕਿ ਸਰਦੀ ਆ ਜਾਂ ਬਾਰਿਸ਼ ਆ ਉਹਦੇ ਵਿੱਚ ਤੁਸੀਂ ਜ਼ਿਆਦਾ ਡੋਜ਼ ਕਰ ਦਿੱਤੀ ਠੀਕ ਹੈ ਮਤਲਬ 2 ਸੀਸੀ 3 ਸੀਸੀ ਤੁਸੀਂ ਮਰਾਦ ਇਹ ਆ ਕਿ ਇਹ ਜਿਹੜੀ ਹੈ ਨਾ ਇਹਦਾ ਨੁਕਸਾਨ ਕੋਈ ਨਹੀਂ ਸਹੀ ਹੈ मतलब अगर तुम 10 सीसी दे रहे हैं तो नुकसान हो सकता सही 2 सीसी 3 सीसी का कोई नुकसान नहीं फायदा ही है फायदा है डेली उनकी खुराक में वो हिस्सा बन गया हाँ जी सर्दी होवे ते घी शामिल करो डालडा के जेड़ा आम अच्छा आम घी भी दे सकते हैं हाँ जी कोशिश करी दी है कि आसान चीज़ां दसिए ताकि आसानी ना घी ता अवेलेबल देसी तो बंदा ढूंढता ही रह जाएगा पहले तो 4000 3000 से नीचे मिलेगा नहीं उससे सर्दी के ਵਿੱਚ डालडा के इस्तेमाल करो गर्मी आवे तो 1 किलो तेल ले आओ उसी मिक्स दाने के अंदर डाल देना है वो डालडा के अंदर मिक्स कर देना 1 चम्मच बहुत है हाँ कोई जरूरत नहीं सिरिंज ना देने दी 1 चम्मच काफी है एक बकरे के लिए डालडा के हाँ जी एक जे डेली देना ना तो 1 चम्मच काफी है फिर सरसों का तेल बेशक ना दो साथ हाँ फिर कोई जरूरत नहीं तेल या तेल इस्तेमाल करवा लो साथ या फिर डालडा घी सॉरी जी ਤੁਸੀਂ ਹਫਤਾ ਚੇਂਜ ਕਰਕੇ ਵੀ ਕਰ ਸਕਦੇ ਆ ਮਤਲਬ ਇੱਕ ਹਫਤਾ ਤੁਸੀਂ डालडा घी दे रहे हैं हाँ जी एक हफ्ता सरसों का तेल दे दो हाँ जी सही बिल्कुल इसके अलावा कोई मिनरल या कोई पाउडर मल्टीविटामिन या कोई इस तरह की और चीज जिससे ग्रोथ अच्छी हो ਆਹ ਚੀਜ਼ਾਂ ਐਡ ਕਰਨ ਦਾ ਫੇਰ ਫਾਇਦਾ ਵਾ ਅਗਰ ਤੁਸੀਂ ਇਹਨੂੰ ਰੂਟੀਨ ਚ ਇਸਤੇਮਾਲ ਕਰਨਾ ਚਾਹੁੰਦੇ ਆ ਠੀਕ ਹੈ अच्छा ਇੱਕ ਸ਼ੌਕੀਨ ਬੰਦਾ ਇੱਕ ਅਗਰ ਆਪਣੀ ਚੀਜ਼ ਦੀ ਅੱਛੀ ਗਰੋਥ ਕਰਨਾ ਚਾਹੁੰਦਾ ਇਨਵੈਸਟਮੈਂਟ ਜਿਹੜੀ ਹੈ ਉਹਨੂੰ ਇਨਵੈਸਟਮੈਂਟ 'ਚ ਕੋਈ ਮਸਲਾ नहीं हाँ प्रॉफिट की तरफ नहीं है उसका ध्यान सिर्फ ग्रोथ है और कद है उसका हाँ फिर वो इकोनॉमिकल नहीं जा रहा है यानी कि उसे पैसों से फर्क नहीं पड़ता नहीं पड़ता अगर बिजनेस ਦੇ ਵਿੱਚ ਰਹਿਣਾ ਵਾ ਫਿਰ ਤੁਸੀਂ ਜਾਨਵਰ ਨੂੰ ਨਾ ਉਸ ਚੀਜ਼ ਤੇ ਹੀ ਲਗਾਓ ਕਿ ਜਿਹਦੇ ਵਿੱਚ ਉਹਦੀ ਥੋੜੀ ਸਾਰੀ ਇਨਵੈਸਟਮੈਂਟ ਵੀ ਸੇਵ ਰਵੇ ਮਤਲਬ ਜ਼ਿਆਦਾ ਉੱਪਰ ਨਾ ਜਾਵੇ ਤੇ ਉਹਦੇ ਵਿੱਚ ਨਾ ਥੋੜਾ ਜਾਨਵਰ ਜਿਹੜਾ ਵਾ ਉਹ ਇੱਕ ਚੀਜ਼ ਤੇ ਲੱਗ ਜਾਏਗਾ ਔਰ ਤੁਹਾਨੂੰ ਉਹਦਾ ਇਨਸ਼ਾਅੱਲਾ ਫਾਇਦਾ ही होएगा 4 से 5 माह जैसे आपने बताया था कि आपने रखना है उनको और कुर्बानी पर सेल कर देना है तो वो टोटल वजन कितना कर जाता है जब आपने 30,000 का लिया तो कितना वजन होगा राउंड अबाउट रेट के हिसाब से ये कह लो अगर तुसी अच्छी खुराक दे रहे हैं ना जितना भी ਉਹਦਾ वजन होएगा पहला मतलब डबल हो जाएगा ਉਹਦਾ वजन अच्छा डबल वजन हो जाएगा जितना डबल वजन हो जाएगा जितने वजन 25 किलो का है तो 50 किलो तक चला जाएगा बिल्कुल चला जाएगा सही और 50 किलो कुर्बानी पे तो आपको पता है 2000 रुपया तकरीबन रेट चल रहा होता है गोश्त का हाँ डिपेंड कुर्बानी ते तुसी ये चीज़ ध्यान च रखनी है अगर तुसी अच्छी फीड देती है खूबसूरत चीज़ रखी है ना तो ਇਹਦੇ ਚ ਮਾਰਜਨ ਗੋਸ਼ਤ ਨਹੀਂ ਹੁੰਦਾ ਲੇਕਿਨ ਤੁਸੀਂ ਅਗਰ ਮਾਰਜਨ ਗੋਸ਼ਤ ਰੱਖੋਗੇ ਤਾਂ ਤੁਹਾਨੂੰ ਫਾਇਦਾ ਹੋਏਗਾ ਅੱਛਾ ਠੀਕ ਹੈ ਤੁਸੀਂ ਆਪਣੇ ਜ਼ਿਹਨ 'ਚ ਹੀ ਰੱਖਣਾ ਵਾ ਲੇਕਿਨ ਕੁਰਬਾਨੀ ਦਾ ਤਲਕ ਜਿਹੜਾ ਹੁੰਦਾ ਗੋਸ਼ਤ ਨਾਲ ਕੋਈ ਨਹੀਂ ਹੁੰਦਾ ਅਗਰ ਇਹੀ ਬੱਕਰਾ ਤੁਸੀਂ ਜਿਹੜਾ ਚੀਚਾ ਵਤਨੀ ਸੇਲ ਕਰਦੇ ਆ ਜਾਂ ਤੁਸੀਂ ਮੈਂ ਆਪਣਾ ਇਲਾਕਾ ਚੀਚਾ ਵਤਨੀ ਆ ਜਾਂ ਕਿਸੇ ਵੀ ਕੁਸੇ ਇਲਾਕੇ 'ਚ ਆਪਣੇ 'ਚ ਕਰਦੇ ਆ ਲੇਕਿਨ ਬੜੀ ਮਾਰਕੀਟ ਦੇ ਵਿੱਚ ਅਗਰ ਉਹੀ ਚੀਜ਼ ਤੁਸੀਂ ਲੈ ਜਾਓਗੇ ਨਾ ਤੇ ਤੁਹਾਨੂੰ ਉੱਥੇ अच्छा कस्टमर मिल जाएगा है ना सही आपका कहने का मतलब है कि अगर कोई बड़ी मंडी आपके करीब है बड़ा शहर आपसे कोई 60-70 किलोमीटर की रेंज में है तो आप अपने इलाके के बजाय उस मंडी में लेके जाएं बिल्कुल जी क्योंकि वहाँ कीमतें खरीद की जो कुव्वत है दोस्तों उनकी अच्छी होती है वहाँ पर अमीर लोगों ने आना होता है बड़ी पार्टियों ने आना होता है उन्होंने आपसे 5-5 हज़ार 2-2 हज़ार रुपये बहस नहीं इतनी करनी थोड़ा बहुत तो हर कोई बंदा मार्जिन मांगता है लेकिन वो पैसे भरने को रेडी होते हैं क्योंकि उनके पास पैसे होते हैं यही बात है बिल्कुल इस तरह चीज़ पसंद आ जाए ना अगर मैं ये भी कहां तो गलत नहीं हैगी ਜਿਹੜੀ ਚੀਜ਼ ਤੁਸੀਂ 50,000 ਦੀ ਸੇਲ ਕਰਨੀ ਹੈ ਨਾ ਮੁਮਕਿਨ ਆ ਕਿ ਤੁਹਾਡੀ ਲੱਖ ਦੀ ਸੇਲ ਹੋ ਜਾਵੇ ਇੰਨਾ ਡਿਫਰੈਂਸ ਮੈਂ ਤੁਹਾਨੂੰ ਦੱਸ ਦਿੱਤਾ ਇਸ ਤੋਂ ਬੜੀ ਗੱਲ ਤਾਂ ਨਹੀਂ ਹੋ ਸਕਦੀ ਕਿ डबल रेट भी ਤੁਹਾਨੂੰ मिल सकता अगर ਤੁਸੀਂ इसका मतलब है ज़्यादा पैसे मांगने चाहिए नहीं पैसे मांगने नहीं चाहिए मार्केट अच्छी जाना है आपने जहाँ पे चीज का रेट मतलब जो लाहौर से पार्टियां खरीदेंगी ना वो आम लोकल जगह से वो चीजें नहीं लेंगे वो लोग ठीक है ना ठीक हाँ ये मेरा मकसद है सही तो 30,000 का लेके उनको डिमांड कितनी करनी चाहिए अगर 50 किलो वजन है ईद का सीजन है तो डिमांड अगर ये सवाल जड़ा वा मार्केटिंग दे विच चल जांदा मतलब अगर किसी भी चीज़ तुसी डिमांड अच्छी करोगे ना मौके दी मुनासबत नाल ही चलना मंडी का यानी कि रेट चेक करना है आपने कि साथ वाला बंदा जो सेल कर रहा है वो कितने वजन का और कितने डिमांड कर रहा है जी मंडी तेज है तो आपको पता चल जाता है बिल्कुल जी तुसी आधा घंटा जेड़ा ना विजिट कर लेना मंडी दा आधे घंटे तुहानू सारी गेम समझ आनी ਉਹਦੇ ਵਿੱਚ ਤੁਸੀਂ 3 दिन 4 आपने पहले आप जाएं कस्टमर बन के रेट ले लें बिल्कुल ठीक है आपको
ਜਿਹੜਾ ਬੰਦੇ ਨੇ ਨਹੀਂ ਸੇਲ ਕੀਤਾ ਨਾ हाँ जी, ਉਹਨੂੰ ਇਹ ਜ਼ਰੂਰਤ ਹੈ ਜਿਹੜੇ ਬੰਦੇ को ऑलरेडी उससे तो सारा ही पता है, हमारी वीडियोस बनानी मकसद ही उनका है, जो लोग ट्रेंड नहीं है उनको ट्रेंड करना है हमने, जी जी इसलिए उनको मतलब बारीक बीनी से भी चीजें बताई जी, वो आधा घंटा विजिट करेगा मंडी तो हर चीज सामने आ जाएगी कि मेरा जानवर इससे बड़ा है तो मेरा इसका जानवर का कितना मांगूं मैं, की डिमांड करनी है। सही सही बिल्कुल इस तरह ही। बहुत शुक्रिया अतीक भाई, आपने टाइम दिया। दोस्तों ये थी हमारी आज की बकरों की फीड और बकरों के बिज़नेस प्लान के हवाले से वीडियो। अगर कोई दोस्त अतीक भाई से कोई भी किस्म का ब्लड लाइन के अंदर असील बर्ड्स क्वालिटी वाले परिंदे इनके पास होते हैं, ये हमेशा अच्छे बर्ड्स ही रखते हैं। उसके अलावा पिजन्स हैं, तीतर हैं और गाय है, ये सामने इनका शेड है। तो कोई भी दोस्त गाय का शौकीन हो, महंगी से महंगी और मुनासिब रेंज वाली हर तरह की क्वालिटी इनके पास होती है। आप हमसे कमेंट सेक्शन में रब्ता कर सकते हैं, मैं अतीक भाई को आपका नंबर भी दे दूंगा। आप गाय ख़रीदनी हो, पेट्स ख़रीदने हो, बकरियां ख़रीदने हो, असील बर्ड्स ख़रीदने हो, तीतर ख़रीदने हो, तो आप हमसे कमेंट सेक्शन में रब्ता कर लें। पर्सनली आपको वीडियोस वगैरह भी सेंड कर दी जाएंगी और आप यहाँ पर चीचा वतनी चक नंबर 45 बराइल में विज़िट भी कर सकते हैं। दुआ में याद रखें, मिलते हैं इंशाल्लाह अपनी नेक्स्ट वीडियो में। अल्लाह हाफ़िज़।